ਸਵਾਗਤ ਹੈ ਜੀ ਧਾਲੀਵਾਲ ਕਲਾਸ ਦੇ ਵਿੱਚ ਜੋ ਮਾਸਟਰ ਕੈਡਰ ਪੰਜਾਬੀ ਨਾਲ ਸੰਬੰਧਿਤ ਕਲਾਸਾਂ ਚੱਲ ਰਹੀਆਂ ਨੇ। ਜੇਕਰ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਕਿਸੇ ਟੌਪਿਕ ਨਾਲ ਸੰਬੰਧਿਤ, ਇਸ ਨੰਬਰ ਦੇ ਉੱਪਰ ਮੈਸੇਜ ਕਰਕੇ ਆਪਦਾ ਨਾਮ, ਸਿਟੀ ਦਾ ਨਾਮ ਲਿਖ ਕੇ ਤੁਸੀਂ ਆਪਦੀ ਜਿਹੜੀ ਹੈਗੀ ਆ ਕੋਈ ਸਵਾਲ ਹੈ ਵਾਲਾ ਜਿਸ ਦਾ ਜਵਾਬ ਦੇ ਸਕਦੇ ਹਾਂ ਜੀ, ਉਹ ਕੋਸ਼ਿਸ਼ ਕਰਾਂਗੇ ਜ਼ਰੂਰ ਦੇਗੇ ਤਾਂ ਉਹ ਪੁੱਛ ਸਕਦੇ ਹੋ ਜੀ। ਪਿਆਰਾ ਸਿੰਘ ਪਦਮ ਦਾ, ਜਿਨ੍ਹਾਂ ਦਾ ਤੁਸੀਂ ਨਾਮ ਸੁਣਿਆ ਹੋਏਗਾ ਪੰਜਾਬੀ ਸਾਹਿਤ ਖੇਤਰ ਵਿੱਚ, ਉਹਨਾਂ ਦਾ ਬਹੁਤ ਯੋਗਦਾਨ ਹੈਗਾ। ਉਸ ਦੀ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਉਹਨਾਂ ਨੇ ਕਿਹੜੀਆਂ ਕਿਤਾਬਾਂ ਲਿਖੀਆਂ ਨੇ, ਕਿਸ ਤਰ੍ਹਾਂ ਦੇ ਵਿਸ਼ੇ ਨੇ, ਉਹਨਾਂ ਸਾਰਿਆਂ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਕਿਹੜੀਆਂ ਗੱਲਾਂ ਨੇ ਉਹਨਾਂ ਦੀਆਂ ਖਾਸ ਜੋ ਦੂਜਿਆਂ ਤੋਂ ਉਹਨਾਂ ਨੂੰ ਅਲੱਗ ਕਰਦੀਆਂ। ਪ੍ਰੋਫੈਸਰ ਪਿਆਰਾ ਸਿੰਘ ਪਦਮ, ਜੇਕਰ ਆਪਾਂ ਉਹਨਾਂ ਦੇ ਜੀਵਨ ਕਾਲ ਦੀ ਗੱਲਬਾਤ ਕਰੀਏ ਤਾਂ ਉਹ ਆਪਾਂ ਨੂੰ 1921 ਤੋਂ ਲੈ ਕੇ 2001 ਤੱਕ ਦਾ ਵੇਖਣ ਨੂੰ ਮਿਲਦਾ। ਉਸ ਦੀ ਗੱਲਬਾਤ ਕਰਾਂਗੇ। ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਵਿਸ਼ੇ ਨੂੰ ਉਜਾਗਰ ਕਰਨ ਦੇ ਲਈ ਉਹਨਾਂ ਦਾ ਬਹੁਤ ਹੀ ਸਤਿਕਾਰਯੋਗ ਥਾਂ ਹੈਗਾ। ਉਹਨਾਂ ਨੇ ਪੰਜਾਬੀ ਭਾਸ਼ਾ ਵਿਗਿਆਨਕ ਪੱਖ ਤੋਂ ਪੰਜਾਬੀ ਬੋਲੀ ਨੂੰ ਪ੍ਰਾਚੀਨ ਮਹੱਤਤਾ ਨੂੰ ਕਲਮਬੰਦ ਕੀਤਾ ਹੈਗਾ, ਜੋ ਸਾਹਿਤ ਖੋਜੀਆਂ ਦੇ ਲਈ ਬੜੀ ਹੀ ਮਹੱਤਵਪੂਰਨ ਸਿੱਧ ਹੋਈ ਹੈ। ਪਿਆਰਾ ਸਿੰਘ ਪਦਮ ਦੇ ਜੇਕਰ ਆਪਾਂ ਜਨਮ ਦੀ ਗੱਲਬਾਤ ਕਰੀਏ, 28 ਦਸੰਬਰ 1921 ਈਸਵੀ ਨੂੰ ਕਿੱਥੇ ਹੁੰਦਾ ਜੀ? ਘੁੰਗਰਾਣਾ ਜ਼ਿਲ੍ਹਾ ਲੁਧਿਆਣਾ ਵਿਖੇ ਜੀ। ਖਾਸ ਤੌਰ ਤੇ ਨੋਟ ਕਰਨਾ ਜੀ, ਲੁਧਿਆਣੇ ਜ਼ਿਲ੍ਹੇ ਵਿੱਚ ਉਹਨਾਂ ਦਾ ਪਿੰਡ ਕਿਹੜਾ। ਪਿਤਾ ਦੇ ਨਾਮ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ, ਗੁਰਨਾਮ ਸਿੰਘ, ਤੇ ਮਾਤਾ ਦਾ ਨਾਮ ਸ੍ਰੀਮਤੀ ਆਨੰਦ ਕੌਰ ਜੀ। ਖਾਸ ਤੌਰ ਤੇ ਨੋਟ ਕਰਨਾ ਜੀ ਉਹਨਾਂ ਦੇ। ਆਪਣੇ ਗਿਆਨੀ ਅਤੇ ਹਿੰਦੀ ਸਾਹਿਤ ਦੇ ਜੋ ਪ੍ਰਭਾਕਰ ਪਾਸ ਕੀਤੀ ਹੈ ਜੀ ਵਿੱਦਿਆ, ਜੋ ਜਿਸ ਤਰ੍ਹਾਂ ਜੀ ਆਪਾਂ ਗਿਆਨੀ ਪੰਜਾਬੀ ਦੇ ਵਿੱਚ ਹੁੰਦੀ ਆ, ਉਸ ਤਰ੍ਹਾਂ ਹਿੰਦੀ ਸਾਹਿਤ ਦੇ ਵਿੱਚ ਜਿਹੜੀ ਹੁੰਦਾ ਇੱਕ ਇਸੇ ਤਰ੍ਹਾਂ ਦਾ ਪਦ, ਉਸ ਦੀ ਗੱਲਬਾਤ ਕਰਦੇ ਹਾਂ। ਇੱਕ ਕਹਿ ਲਓ ਜੀ ਸਾਹਿਤ ਖੇਤਰ ਦੇ ਲਈ ਪ੍ਰਸਿੱਧੀ ਪ੍ਰਾਪਤ ਕਰਨ ਦੇ ਲਈ ਉਹ ਸ਼ਬਦ ਵਰਤਿਆ ਜਾਂਦਾ ਜਿਵੇਂ ਆਪਣੇ ਗਿਆਨੀ ਵਰਤਦੇ। ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਅਤੇ ਸਿੱਖ ਮਿਸ਼ਨਰੀ ਤੋਂ ਕੀ ਕਰਦੇ ਆ, ਕੋਰਸ ਕੀਤਾ ਜੀ ਉਹਨਾਂ ਨੇ, ਤੇ ਉਸੇ ਕਾਲਜ ਵਿੱਚ ਹੀ ਸਿੱਖ ਸਾਹਿਤ ਅਤੇ ਇਤਿਹਾਸ ਪੜ੍ਹਾਉਣ ਦਾ ਸੇਵਾ ਕਰਦੇ। ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਸਿਕ ਪੱਤਰ ਗੁਰਦੁਆਰਾ ਗਜ਼ਟ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਸਿਕ ਪੱਤਰਕਾਰ ਸੀ। 50 ਤੋਂ ਲੈ ਕੇ ਜੀ 65 ਤੱਕ ਦੇ ਸਮੇਂ ਵਿੱਚ ਉਹ ਭਾਸ਼ਾ ਵਿਭਾਗ ਦਾ ਰਸਾਲਾ ਪੰਜਾਬੀ ਦੁਨੀਆ ਦੀ ਗੱਲਬਾਤ ਕਰਗੇ ਉਸ ਦੇ ਕਹਿ ਲਓ ਜੀ ਹੱਥ ਲਿਖਤਾਂ ਦੇ ਸੰਪਾਦਨ ਦੀ ਸੇਵਾ ਕਰਦੇ ਆ। ਖਾਸ ਤੌਰ ਤੇ ਨੋਟ ਕਰਿਓ ਜੀ। 1966 ਤੋਂ ਲੈ ਕੇ 83 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਵਿਭਾਗ ਵਿੱਚ ਬਤੌਰ ਸੀਨੀਅਰ ਓਰੀਐਂਟਲ ਰਿਸਰਚ ਫੈਲੋਸ਼ਿਪ ਦੀ ਸੇਵਾ ਕੀਤੀ ਹੈ। ਖਾਸ ਤੌਰ ਤੇ ਨੋਟ ਕਰਨਾ ਜੀ ਉਹਨਾਂ ਨੇ ਕਦੋਂ ਤੋਂ ਕਦੋਂ ਤੱਕ ਸੇਵਾ ਕੀਤੀ ਹੈ ਜੀ, ਉਹ ਖਾਸ ਤੌਰ ਤੇ ਨੋਟ। ਭਾਸ਼ਾ ਵਿਭਾਗ ਵਿੱਚ ਨੌਕਰੀ ਮਿਲਣ ਦੇ ਉਪਰੰਤ ਜੀ ਉਹਨਾਂ ਨੇ 50 ਤੋਂ ਲੈ ਕੇ 65 ਤੱਕ ਇਸੇ ਵਿਭਾਗ ਵਿੱਚ ਪੱਕੇ ਤੌਰ ਤੇ ਜੁੜੇ ਰਹੇ ਆ। ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਜੀ, ਉਹ ਜੋ ਖਾਸ ਤੌਰ ਤੇ ਵਿਸ਼ੇਸ਼ਤਾ ਹੈਗੀ ਹੈ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਭਾਗ ਦੇ ਮੁਖੀ ਵੀ ਰਹੇ ਆ, ਜਿਸ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ। ਪ੍ਰਾਚੀਨ ਪੰਜਾਬੀ ਸਾਹਿਤ ਦੀ ਸੰਭਾਲ ਅਤੇ ਸਿੱਖ ਸਾਹਿਤ ਦਾ ਅਧਿਐਨ ਦਾ ਉਹਨਾਂ ਨੂੰ ਸ਼ੌਂਕ ਸੀਗਾ, ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਵੇਖਣ ਨੂੰ ਮਿਲਦਾ। ਆਪਣੇ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੀ ਗੱਲਬਾਤ ਹੁੰਦੀ ਹੈ, ਉੱਥੇ ਸਾਹਿਤ ਅਤੇ ਇਤਿਹਾਸ ਦੇ ਲੈਕਚਰਾਰ ਦੇ ਵਜੋਂ ਵੀ ਕੰਮ ਕੀਤਾ, ਜਿਸ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ। ਉਹਨਾਂ ਨੇ ਸਿੱਖ ਧਰਮ ਅਤੇ ਪੰਜਾਬੀ ਸਾਹਿਤ ਦੇ ਉੱਘੇ ਖੋਜੀ ਅਤੇ ਵਿਦਵਾਨ ਸਨ। ਜੇਕਰ ਆਪਾਂ ਉਹਨਾਂ ਦੇ ਇਸ ਸੰਸਾਰ ਤੋਂ ਅਲਵਿਦਾ ਕਹਿਣ ਦੀ ਗੱਲਬਾਤ ਕਰਦੇ ਹਾਂ, 1 ਮਈ 2001 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ। ਉਹਨਾਂ ਦੀਆਂ ਪੁਸਤਕਾਂ ਦੀ ਗੱਲਬਾਤ ਕਰਦੇ ਹਾਂ ਜੀ। ਪਿਆਰਾ ਸਿੰਘ ਪਦਮ ਨੇ ਕਿਹੜੀਆਂ ਕਿਤਾਬਾਂ ਲਿਖੀਆਂ ਨੇ? ਉਹਨਾਂ ਨੇ 80 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਨੇ ਜੀ। ਤਾਂ ਉਹਨਾਂ ਦੀ ਜ਼ਿਕਰ ਕਰਦੇ ਹਾਂ, ਕੁਛ ਦੇ ਨਾਮ ਰਹਿ ਗਏ ਤਾਂ ਉਹ ਤੁਸੀਂ ਨੋਟ ਕਰ ਲੈਣਾ ਜੀ। ਸ੍ਰੀ ਗੁਰੂ ਗ੍ਰੰਥ 1948 ਤੋਂ ਲੈ ਕੇ 49 ਦੇ ਵਿੱਚ ਸੰਪਾਦਨਾ ਕਰਦੇ ਆ। ਖਾਸ ਤੌਰ ਤੇ ਨੋਟ ਕਰਨਾ ਜੀ, ਸਾਹਿਬ ਦੇ ਨਾਲ ਸੰਬੰਧਿਤ ਉਹਨਾਂ ਦੀ ਰਚਨਾ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਗੁਰਬਾਣੀ ਕੋਸ਼, ਗੁਰੂ ਗ੍ਰੰਥ ਸੰਕੇਤ ਕੋਸ਼, ਗੁਰੂ ਗ੍ਰੰਥ ਰਤਨਾਵਲੀ, ਸਿੱਖ ਕਹਿ ਲਓ ਜੀ ਸੰਪਰਦਾਵਲੀ। ਗੁਰੂ ਤੇਗ ਬਹਾਦਰ ਨਾਲ ਉਹਨਾਂ ਦੀ ਰਚਨਾ ਹੈਗੀ ਹੈ ਜੀ ਗੁਰੂ ਤੇਗ ਬਹਾਦਰ ਸਿਮਰਿਆ, ਗੁਰੂ ਘਰ ਸੰਖੇਪ ਸਿੱਖ ਇਤਿਹਾਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ। 10ਮ ਗ੍ਰੰਥ ਦਰਸ਼ਨ ਦੀ ਗੱਲਬਾਤ ਹੁੰਦੀ ਹੈ। ਜ਼ਫਰਨਾਮਾ, ਪਰਚੀ, ਪਾਤਸ਼ਾਹੀ 10ਵੀਂ ਕੀ, ਪੰਜਾਬੀ ਮਾਂ ਬੋਲੀ ਦਾ ਇਤਿਹਾਸ, ਪੰਜਾਬੀ ਸਾਹਿਤ ਦੀ ਰੂਪਰੇਖਾ, ਪੰਜਾਬੀ ਦੀਆਂ 12, ਪੰਜਾਬੀ ਮਾਝਾ, ਪੰਜਾਬੀ ਝਗੜੇ, ਸੂਫੀ ਕਾਵਧਾਰਾ, ਹੁਸੈਨ ਰਚਨਾਵਲੀ, ਬੋਲੇ ਸਿੱਖ ਫਰੀਦ। ਵਾਰਿਸ ਸ਼ਾਹ ਨਾਲ ਸੰਬੰਧਿਤ ਰਚਨਾ ਹੈਗੀ ਹੈ ਜੀ ਪ੍ਰਾਚੀਨ ਪੰਜਾਬੀ ਗਦ, ਕਲਮ ਦੇ ਧਨੀ, ਇਹ ਬਹੁਤ ਹੀ ਜ਼ਿਆਦਾ ਉਹਨਾਂ ਦੀ ਪ੍ਰਸਿੱਧ ਰਚਨਾ ਹੈਗੀ ਹੈ। ਹਿੰਦੁਸਤਾਨ ਕਵੀ, ਆਦਿ ਗ੍ਰੰਥ ਦਰਸ਼ਨ, ਗੁਰੂ ਗ੍ਰੰਥ ਵਿਚਾਰ ਕੋਸ਼ ਤੇ ਗੁਰੂ ਗ੍ਰੰਥ ਮਹਿਮਾ ਕੋਸ਼। ਗੁਰੂਦੇਵ ਜੀ ਉਹ ਉਹਨਾਂ ਦੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ, ਉਸ ਦੀ ਗੱਲਬਾਤ ਕਰਾਂਗੇ ਅੱਗੇ ਜਾ ਕੇ। ਸਿੱਖ ਗ੍ਰੰਥਾਵਲੀ, 4 ਸਾਹਿਬਜ਼ਾਦੇ, ਗੁਰੂ ਨਾਨਕ ਸਾਗਰ, ਗੁਰੂ ਕੀਆਂ ਸਾਖੀਆਂ, ਗੋਬਿੰਦ ਸਾਗਰ, ਪ੍ਰਾਚੀਨ 100 ਸਾਖੀ, ਰਹਿਤਨਾਮੀ। ਪ੍ਰਮੁਖੀ ਲਿਪੀ ਦਾ ਇਤਿਹਾਸ, ਪੰਜਾਬੀ ਡਾਇਰੈਕਟਰੀ ਦੀ ਗੱਲਬਾਤ ਹੁੰਦੀ ਹੈ, ਪੰਜਾਬੀ ਬਾਰੇਮਾਹੀ ਦੀ, ਪੰਜਾਬੀ ਜੰਝਾਂ ਦੀ, ਪੁਸ਼ਪਾਜਲੀ ਦੀ, ਹਾਸ਼ਮ ਰਚਨਾਵਲੀ ਦੀ, ਸਾਈਂ ਬੁੱਲੇ ਸ਼ਾਹ, ਦੋੜੇ ਸੁਲਤਾਨ ਬਾਹੂ ਦੇ ਨਾਲ ਸੰਬੰਧਿਤ ਉਹਨਾਂ ਦੀ ਰਚਨਾ ਹੈਗੀ ਹੈ, ਉਸ ਦੀ ਗੱਲਬਾਤ ਕਰਦੇ ਹਾਂ। ਕਲਮ ਦੇ ਚਮਤਕਾਰ, ਹਿੰਦੁਸਤਾਨੀ ਕਵਿਤਾ ਦੀ ਗੱਲਬਾਤ ਕਰ ਚੁੱਕੇ ਹਾਂ ਜੀ। ਹਿੰਦੁਸਤਾਨੀ ਕਲਾ, ਪੰਜ ਦਰਿਆ ਰਚਨਾ ਹੈਗੀ ਹੈ ਜੀ। ਕਲਾਮ ਭਾਈ
ਨੰਦ ਲਾਲ ਦੇ ਲੀਲ ਜਬਰਾਨ ਦੇ ਬਚਨ ਬਿਲਾਸ, ਮਹਾਤਮਾ ਨਾਲ ਸੰਬੰਧਿਤ ਉਹਨਾਂ ਦੀ ਰਚਨਾ ਨੋਟ ਕਰਨਾ ਜੀ। ਮਹਾਕਵੀ ਸੰਤੋਖ, ਬਾਬਾ ਵਜੀਦ ਜੀ, ਬਾਬਾ ਸਾਧੂਜਨ ਸਾਧੂ ਈਸ਼ਰਦਾਸ ਜੀ, ਦਰਸ਼ਨ ਭਾਗਨਸ਼ਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਜੀ, ਇਹ ਖਾਸ ਤੌਰ 'ਤੇ ਨੋਟ ਕਰਿਓ ਜੀ। ਵਚਨ ਸਾਈਂ ਲੋਕਾਂ ਦੇ ਜੀ। ਇਸ ਤੋਂ ਇਲਾਵਾ ਜੀ ਕੋਠੀ ਝਾੜ, ਸੱਸੀ ਸਦਾਰਾਮ, ਹੀਰ ਭਗਵਾਨ ਸਿੰਘ, ਹੀਰ ਵਾਰਸ ਦੀ ਗੱਲਬਾਤ ਹੁੰਦੀ ਹੈ। ਇੱਕ ਕਈ ਜਗ੍ਹਾ ਜੀ ਗੁਰੂਸਰ ਅਤੇ ਗੁਰੂ ਦਰ ਵੀ ਰਚਨਾਵਾਂ ਮਿਲਦੀਆਂ ਨੇ, ਨੋਟ ਕਰ ਲੈਣਾ ਜੀ। ਇਹਨਾਂ ਦੇ ਵਿੱਚੋਂ ਪੰਥ ਤੇ ਪੰਥ ਦਾ ਵਾਲੀ ਟੈਗੋਰ ਟੈਵੈਨੀ, ਖਾਸ ਤੌਰ 'ਤੇ ਗੱਲਬਾਤ ਕਰਦੇ ਹਾਂ ਜੀ ਉਹਦੇ ਬਾਰੇ। ਉਸ ਤੋਂ ਬਾਅਦ 16 ਕਲਾਂ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਉਹਨਾਂ ਦੀਆਂ ਰਚਨਾਵਾਂ ਨੇ ਜੀ, ਯਾਦ ਨੇ, ਇਹ ਕਾਫੀ ਨੇ, 80 ਤੋਂ ਜ਼ਿਆਦਾ ਉਹਨਾਂ ਨੇ ਕਿਤਾਬਾਂ ਦੀ ਰਚਨਾ ਕੀਤੀ ਹੈ। ਤਾਂ ਉਹਨਾਂ ਵਿੱਚੋਂ ਕੁਛ ਦੇ ਆਪਾਂ ਨਾਮ ਤੁਹਾਨੂੰ ਦੱਸੇ ਆ, ਬਾਕੀਆਂ ਦੀ ਆਪਾਂ ਸੰਖੇਪ ਦੇ ਵਿੱਚ ਚਰਚਾ ਕਰਾਂਗੇ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਵਿਸ਼ੇ ਦੇ ਪੱਖ ਤੋਂ ਕਾਫੀ ਜ਼ਿਆਦਾ ਅੱਗੇ, ਕਿ ਪੰਜਾਬੀ ਬੋਲੀ ਦਾ ਇਤਿਹਾਸ, ਗੁਰਮੁਖੀ ਦਾ ਇਤਿਹਾਸ, ਜੋ ਪੁਸਤਕਾਂ ਨੇ ਜੀ ਉਹ ਪਾਠਕਾਂ ਦੇ ਵਿਚਕਾਰ ਮਾਨਤਾ ਪਾਈ ਹੈ, ਉਹਨਾਂ ਨੂੰ ਜ਼ਿਆਦਾ ਪ੍ਰਸਿੱਧੀ ਮਿਲੀ ਹੈ। ਅਤੇ ਇਹਨਾਂ ਪੁਸਤਕਾਂ ਦੀ ਆਪਾਂ ਗੱਲਬਾਤ ਕੀਤੀ ਹੈ ਕਿ ਉੱਘੇ ਜੋ ਭਾਸ਼ਾ ਵਿਗਿਆਨੀ ਨੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਪ੍ਰਾਚੀਨ ਹੱਥ ਲਿਖਤਾਂ ਦਾ ਅਧਿਐਨ ਕਰਕੇ ਪੰਜਾਬੀ ਸਾਹਿਤ ਪਰੰਪਰਾ ਨੂੰ ਸੇਧ ਦਿੱਤੀ ਹੈ, ਕਿ ਜੋ ਪਹਿਲਾਂ ਹੱਥ ਲਿਖਤਾਂ ਹੁੰਦੀਆਂ ਸੀ ਉਹਨਾਂ ਦਾ ਅਧਿਐਨ ਕਰਦੇ ਗਏ ਅਤੇ ਕਿਤਾਬਾਂ ਦਾ ਰੂਪ ਦਿੰਦੇ ਗਏ। ਵਡਮੁੱਲੇ ਖਜ਼ਾਨੇ ਦੀ ਗੱਲਬਾਤ ਕਰਦੇ ਹਾਂ ਜੀ। ਵਡਮੁੱਲੇ ਗ੍ਰੰਥਾਂ ਦਾ ਉਹਨਾਂ ਨੇ ਸੰਪਾਦਨ ਕੀਤਾ, ਖਾਸ ਤੌਰ 'ਤੇ ਉਹਨਾਂ ਦੀ ਦੇਣ ਹੈਗੀ ਆ। ਪੰਜਾਬੀ ਮਾਝਾ, ਪੰਜਾਬੀ ਬਾਰੇਮਾਹੀ ਦੀ ਗੱਲਬਾਤ ਹੁੰਦੀ ਹੈ। ਪੰਜਾਬੀ ਵਾਰਾਂ ਉਹਨਾਂ ਵਿੱਚੋਂ ਪ੍ਰਸਿੱਧ ਰਚਨਾਵਾਂ ਨੇ ਜਿਨ੍ਹਾਂ ਦਾ ਪੰਜਾਬੀ ਸਾਹਿਤ ਖੇਤਰ ਵਿੱਚ ਵਿਲੱਖਣ ਥਾਂ। ਪੰਜਾਬੀ ਦੇ ਕਲਾਸੀਕਲ ਕਵੀ ਦੀਆਂ ਰਚਨਾਵਾਂ, ਹਾਸ਼ਮ ਸ਼ਾਹ ਦੀ ਜਿਵੇਂ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਉਹਨਾਂ ਨਾਲ ਸੰਬੰਧਿਤ ਰਚਨਾ ਕਿਹੜੀ ਹੈਗੀ ਹੈ ਜੀ, ਹਾਸ਼ਮ ਰਚਨਾਵਲੀ। ਸ਼ਾਹ ਹੁਸੈਨ ਦੇ ਨਾਲ ਹੁਸੈਨ ਰਚਨਾਵਲੀ ਦਾ ਸ਼ੁੱਧ ਅਤੇ ਪ੍ਰਮਾਣਿਕ ਪਾਠ ਪੰਜਾਬੀ ਜਗਤ ਨੂੰ ਉਹਨਾਂ ਦਾ ਦੇਣ ਵਾਲਾ ਪਹਿਲਾ ਵਿਦਵਾਨ ਸੀਗਾ ਜੀ। ਜੇਕਰ ਆਪਾਂ ਗੱਲਬਾਤ ਕਰ, ਉਹਨਾਂ ਨੇ ਵਿਰਲੇ ਹੀ ਵਿਦਵਾਨਾਂ ਵਿੱਚੋਂ ਹੈ ਜਿਨ੍ਹਾਂ ਨੇ ਜੀ ਸਿੱਖ ਧਰਮ ਦੇ ਬਾਰੇ ਆਧੁਨਿਕ ਦ੍ਰਿਸ਼ਟੀਕੋਣ ਤੋਂ ਉੱਚ ਪੱਧਰ ਦੀਆਂ ਦਾਰਸ਼ਨਿਕ ਖੋਜ ਦੀਆਂ ਕਿਤਾਬਾਂ ਲਿਖੀਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਸੰਬੰਧਿਤ 10ਵੇਂ ਗ੍ਰੰਥ ਦਰਸ਼ਨ ਉਹਨਾਂ ਦੀਆਂ ਪ੍ਰਸਿੱਧ ਕਿਰਤਾਂ ਦੇ ਵਿੱਚੋਂ ਇੱਕ ਹੈ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਿਤ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ 10ਵੇਂ ਗ੍ਰੰਥ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਰਚਨਾਵਾਂ ਨੇ ਬਹੁਤ ਹੀ ਮਹੱਤਵਪੂਰਨ ਨੇ, ਬੜੀਆਂ ਪ੍ਰਸਿੱਧ ਹੁੰਦੀਆਂ ਨੇ। ਉਹਨਾਂ ਨੇ ਬੜੀ ਮਿਹਨਤ, ਡੂੰਘੀ ਸੋਚ ਦੇ ਨਾਲ ਕਿਹੜੀ ਰਚਨਾ ਲਿਖੀ ਹੈ ਜੀ, ਸਾਡੇ ਗੁਰੂਦੇਵ ਪੁਸਤਕ ਲਿਖੀ ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਤੋਂ ਉਪਰੰਤ ਉਹਨਾਂ ਨੇ ਜੀ ਗੁਰਬਾਣੀ ਕੋਸ਼ ਤਿਆਰ ਕੀਤਾ ਗਾ, ਖਾਸ ਤੌਰ 'ਤੇ ਬਹੁਤ ਹੀ ਪ੍ਰਸਿੱਧ ਰਚਨਾ ਹੈਗੀ ਆ। ਇਹਦਾ ਅਧਿਐਨ ਕਰਕੇ ਕਿਹੜੀ ਕਿਤਾਬ ਲਿਖੀ ਹੈ ਜੀ, ਕਮੈਂਟ ਬਾਕਸ ਦੱਸਿਓ। ਪੱਤਰਕਾਰੀ ਦੇ ਖੇਤਰ ਵਿੱਚ ਜੀ ਪਦਮ ਨੇ ਸ਼ਲਾਘਾਯੋਗ ਕੰਮ ਕੀਤਾ। ਉਹਨਾਂ ਨੇ ਗੁਰਦੁਆਰਾ ਗਜ਼ਟ, ਜਿਸ ਦੀ ਆਪਾਂ ਗੱਲਬਾਤ ਕੀਤੀ ਹੈ ਜੀ, ਉਹ ਕਿੰਨੇ ਸੰਨ ਦੇ ਵਿੱਚ ਪ੍ਰਕਾਸ਼ਨ ਕੀਤਾ ਗਿਆ ਸੀ, ਕਮੈਂਟ ਬਾਕਸ 'ਚ ਦੱਸਿਓ। ਆਜ ਕੀ ਬਾਤ ਵਰਗੇ ਬਹੁਤ ਚਰਚਿਤ ਰੋਜ਼ਾਨਾ ਪੱਤਰਾਂ ਦਾ ਕਹਿ ਲਓ ਜੀ ਸੰਪਾਦਨ ਕੀਤਾ, ਖਾਸ ਤੌਰ 'ਤੇ ਨੋਟ ਕਰਿਓ ਜੀ ਕਿਹੜੇ ਕਿਹੜੇ ਪੱਤਰਾਂ ਦਾ ਉਹਨਾਂ ਨੇ ਸੰਪਾਦਨ ਕੀਤਾ ਗਾ। ਭਾਸ਼ਾ ਵਿਭਾਗ ਪੰਜਾਬ ਵਿੱਚ ਉਹਨਾਂ ਨੇ ਨੌਕਰੀ ਕਰਦਿਆਂ ਪੰਜਾਬੀ ਦੁਨੀਆ ਅਤੇ ਜਨ ਸਾਹਿਤ ਦਾ ਸੰਪਾਦਨ ਵੀ ਨਾਲ ਦੋ ਹੀ ਨਾਲ ਕਰਦੇ ਰਹੇ ਨੇ। ਉਹਨਾਂ ਨੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਪੱਖ ਤੋਂ ਸੰਖੇਪ ਸਿੱਖ ਇਤਿਹਾਸ ਲਿਖਿਆ, ਜੋ ਸਿੱਖ ਜਗਤ ਵਿੱਚ ਪ੍ਰਸਿੱਧ ਗ੍ਰੰਥ ਮੰਨਿਆ ਜਾਂਦਾ। ਖਾਸ ਤੌਰ 'ਤੇ ਨੋਟ ਕਰਨਾ ਜੀ, ਸਿੱਖ ਇਤਿਹਾਸ ਵਿੱਚ ਉਹਨਾਂ ਦਾ ਸੰਖੇਪ ਜੋ ਬਾਣੀ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰੀਏ ਜੀ, ਸੰਖੇਪ ਸਿੱਖ ਇਤਿਹਾਸ ਹੈ ਜੋ ਸਿੱਖ ਜਗਤ ਵਿੱਚ ਬਹੁਤ ਪ੍ਰਸਿੱਧ ਹੈ। ਇਸੇ ਧਾਰਮਿਕ ਇਤਿਹਾਸਕ ਵਿਸ਼ੇ ਸੰਬੰਧੀ ਇਸ ਦੀ ਪੁਸਤਕ ਗੁਰੂ ਤੇਗ ਬਹਾਦਰ ਸਿਮਰਿਆ ਜੀ ਬਹੁਤ ਜ਼ਿਆਦਾ ਪ੍ਰਸਿੱਧ ਹੁੰਦੀ ਹੈ, ਬਹੁਤ ਨਾਮਣਾ ਖੱਟਦੀ ਹੈ। ਉਹ ਇੱਕ ਬਹੁਪੱਖੀ ਸਾਹਿਤਕਾਰ ਮੰਨਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਦੇ ਪ੍ਰਾਚੀਨ ਸਾਹਿਤ ਜੋ ਹਿੰਦੀ ਅਤੇ ਉਰਦੂ ਦੇ ਅੱਖਰਾਂ ਵਿੱਚ ਹੱਥ ਲਿਖਤਾਂ ਦੇ ਰੂਪ ਵਿੱਚ ਮਿਲਦਾ ਸੀ, ਉਹਨਾਂ ਨੂੰ ਕਿਹੜੀ ਲਿਪੀ ਦੇ ਵਿੱਚ ਲੈ ਕੇ ਆਉਂਦੇ ਆ ਜੀ, ਗੁਰਮੁਖੀ ਲਿਪੀ ਦੇ ਵਿੱਚ ਉਲੱਥਾ ਕੀਤਾ ਗਾ, ਅਨੁਵਾਦ ਕਰਦੇ ਆ ਜੀ। ਖਾਸ ਤੌਰ 'ਤੇ ਨੋਟ ਕਰਨਾ ਜੀ ਕਿੱਥੋਂ ਅਨੁਵਾਦ ਕੀਤਾ ਜੀ, ਕਿਹੜੇ ਭਾਸ਼ਾਵਾਂ ਤੋਂ, ਕਮੈਂਟ ਬਾਕਸ 'ਚ ਦੱਸੋ। ਉਸਦੇ ਲਿਖੇ ਖੋਜ ਪੱਤਰ ਵੀ ਹਰ ਖੇਤਰ ਦੇ ਵਿੱਚ ਸਲਾਹੇ ਗਏ ਨੇ। ਉਹਨਾਂ ਦੇ ਲਿਖੀਆਂ ਹਵਾਲਾ ਪੁਸਤਕਾਂ ਸਾਹਿਤ ਖੇਤਰ ਦੇ ਖੋਜੀਆਂ ਦੇ ਲਈ ਬੜੇ ਹੀ ਲਾਭਦਾਇਕ ਸਿੱਧ ਹੋਈਆਂ ਨੇ। ਖਾਸ ਤੌਰ 'ਤੇ ਜੀ ਉਹਨਾਂ ਦੇ ਜੋ ਖੋਜ ਪੱਤਰ ਸੀ ਗੁਰਮੁਖੀ ਲਿਪੀ ਦੇ ਵਿੱਚ, ਉਹਨਾਂ ਨੇ ਜੀ ਲਿਖੇ ਹਿੰਦੀ ਸਾਹਿਤ ਦੀ ਖੋਜ ਕਰਕੇ ਪੰਜਾਬੀ ਦੇ ਲਈ ਜੋ ਦੇਣ ਦਿੱਤੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੈਗੀ ਹੈ। ਇਸ ਤੋਂ ਇਲਾਵਾ ਜੀ ਉਹਨਾਂ ਦੀਆਂ ਹੋਰ ਕਿਰਤਾਂ ਵਿੱਚੋਂ ਕਲਮ ਦੇ ਧਨੀ ਮਹਾਕਵੀ ਦੀ ਗੱਲਬਾਤ ਹੁੰਦੀ ਹੈ ਜੀ। ਉਸ ਤੋਂ ਬਾਅਦ ਪੰਜਾਬੀ ਜੰਝਾਂ ਦੀ, ਪੰਜਾਬੀ ਡਾਇਰੈਕਟਰੀ ਦੀ, ਮਿਰਜ਼ੇ ਦੀਆਂ ਨਾਲ ਸੰਬੰਧਿਤ ਉਹਨਾਂ ਦੀ ਰਚਨਾ ਹੈਗੀ ਹੈ ਜੀ, ਉਹਦੇ ਨੋਟ ਕਰ ਲੈਣਾ ਜੀ। ਪ੍ਰਾਚੀਨ ਪੰਜਾਬੀ ਗੱਦ, ਹੀਰ ਅਹਿਮਦ, ਹੀਰ ਭਗਵਾਨ ਸਿੰਘ ਨਾਲ ਸੰਬੰਧਿਤ ਰਚਨਾਵਾਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨਾਂ ਦੀ ਗੱਲਬਾਤ ਹੁੰਦੀ ਹੈ। ਰਹਿਤਨਾਮੇ, ਆਦਿ ਗ੍ਰੰਥ, ਦਰਸ਼ਨ, ਪੰਜ ਦਰਿਆ, ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਉਹਨਾਂ ਦੀ ਰਚਨਾ ਖਾਸ ਤੌਰ 'ਤੇ ਨੋਟ ਕਰਿਓ ਜੀ। ਗੁਰੂ ਨਾਨਕ ਜਿਨ੍ਹਾਂ
ਸੁਣਿਆ ਪੇਖਿਆ ਜੀ, ਇਹ ਰਚਨਾ ਨੋਟ ਕਰ ਲੈਣਾ ਜੀ, ਜਿਸ ਦਾ ਨਾਮ ਆਪਾਂ ਪਹਿਲਾਂ ਨਹੀਂ ਲਿਆ। ਚਾਰ ਸਾਹਿਬਜ਼ਾਦੇ, ਗੋਬਿੰਦ ਸਾਗਰ, ਪੁਸ਼ਪਾਜਲੀ, ਪੰਜਾਬੀ ਮਹਾਰਾਜਾ, ਹਿੰਦੁਸਤਾਨੀ ਕਵੀ, ਹਿੰਦੁਸਤਾਨੀ ਕਲਾ, ਹਿੰਦੁਸਤਾਨੀ ਕਵਿਤਾ, ਮਹਾਕਵੀ ਸੰਤੋਖ ਆਦਿ ਉਹਨਾਂ ਦੀਆਂ ਰਚਨਾਵਾਂ ਨੇ, ਜੋ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੁੰਦੀਆਂ ਨੇ। ਸਾਹਿਤ ਖੇਤਰ ਲਈ ਇੱਕ ਵਿਲੱਖਣ ਯੋਗਦਾਨ ਹੈ ਜੀ ਉਹਨਾਂ ਦਾ। ਹਿੰਦੀ ਦੀਆਂ ਰਚਨਾਵਾਂ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਜੀ, ਪ੍ਰਸਿੱਧ ਪੁਸਤਕਾਂ ਪੰਜ ਨਾਦ ਦੀ ਗੱਲਬਾਤ ਹੁੰਦੀ ਹੈ ਜੀ, ਗਿਆਨ, ਤ੍ਰਿਵੇਣੀ, ਬਾਣੀ, ਗੁਰੂ ਅਰਜਨ ਦੇਵ ਜੀ, ਸਿੱਖ ਧਰਮ ਦੀ ਰੂਪ ਰੇਖਾ, ਉਹ ਇਹਨਾਂ ਦੀਆਂ ਪ੍ਰਸਿੱਧ ਨੇ ਜੀ। ਹਿੰਦੀ ਧਰਮ ਨਾਲ ਹਿੰਦੀ ਦੇ ਵਿੱਚ ਰਚਨਾਵਾਂ ਨੇ। ਕਲਾਕਾਰ, ਕਾ ਬਲੀਦਾਨ, ਸਰਬ ਸਾਂਝਾ ਧਰਮ ਆਦਿ ਉਹਨਾਂ ਦੀਆਂ ਹਿੰਦੀ ਦੇ ਨਾਲ ਸੰਬੰਧਿਤ ਰਚਨਾਵਾਂ ਨੇ, ਨੋਟ ਕਰਿਓ ਜੀ। ਤਾਰਾ ਸਿੰਘ ਪਦਮ ਸਾਹਿਤਕ ਗੁਣਾਂ ਦੀ ਵਿਲੱਖਣ ਧਾਰਨੀ ਹੈ, ਨਿਵੇਕਲੇ ਗੌਰਵ ਦੇ ਧਾਰਨੀ ਹੈ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਉਹਨਾਂ ਨੇ ਜਾਣਕਾਰੀ ਦੇਣ ਦਾ ਆਸਾ ਵਧੇਰੇ ਪ੍ਰਦਾਨ ਕੀਤਾ। ਇਹ ਕਲਾ ਤੱਤਾਂ ਵਿੱਚ ਊਣੇ ਨਹੀਂ ਹੁੰਦੇ ਜੀ, ਸਗੋਂ ਉਹ ਇੱਕ ਰਾਸਿਕ ਕਿਰਤ ਵਾਲਾ ਪੂਰਾ ਸੋਚ ਸਵਾਦ ਦਿੰਦੇ ਆ, ਅਤੇ ਉਹਨਾਂ ਦੇ ਝੁਕਾਅ ਵਿੱਚ ਸਾਦਾਪਨ, ਸੁੰਦਰਤਾ ਭਰਨ ਦਾ ਉਪਰਾਲਾ ਕਰਦੇ ਆ, ਅਤੇ ਆਪਣੀਆਂ ਵਿਸ਼ਿਆਂ ਵਿੱਚ ਭਰਪੂਰ ਵਾਕਫੀ ਅਤੇ ਪ੍ਰਮਾਣਿਕ ਲਿਖਤਾਂ ਦੇ ਹਵਾਲੇ ਦਿੰਦੇ ਆ। ਖਾਸ ਤੌਰ 'ਤੇ ਨੋਟ ਕਰਨ ਵਾਲੀ ਹੈ ਜੀ। ਉਹਨਾਂ ਦੀ ਲੇਖਣੀ ਰਸ ਭਰਪੂਰ ਹੈ ਅਤੇ ਪੜ੍ਹਨਯੋਗ ਹੈ। ਜਨ ਸਧਾਰਨ ਦਾ ਸੂਝਵਾਨ ਲੇਖਕ ਉਹਨਾਂ ਨੂੰ ਕਿਹਾ ਜਾਂਦਾ। ਇਸ ਤੋਂ ਇਲਾਵਾ ਜੀ ਜੇਕਰ ਆਪਾਂ ਗੱਲਬਾਤ ਕਰਦੇ ਹਾਂ ਜੀ, ਉਹਨਾਂ ਨੇ ਜੋ ਰਚਨਾਵਾਂ ਲਿਖੀਆਂ ਨੇ, ਹਿੰਦੁਸਤਾਨੀ ਕਲਾ, ਕਵੀ, ਹਿੰਦੁਸਤਾਨੀ ਕਵਿਤਾ, 16 ਕਲਾ, ਕਲਮ ਦਾ ਧਨੀ, ਪੰਜ ਦਰਿਆ, ਉਹਨਾਂ ਦੀਆਂ ਕਹਿ ਲਓ ਜੀ ਪ੍ਰਸਿੱਧ ਗਦ ਰਚਨਾਵਾਂ ਨੇ, ਇਹ ਨੋਟ ਕਰ ਲਿਓ ਜੀ ਆਪ ਬੋਰਡ ਦੇ ਅਨੁਸਾਰ। ਦਾ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਸੰਸਾਰ ਦੇ ਪੰਜ ਪ੍ਰਸਿੱਧ ਧਰਮਾਂ ਦੇ ਲਈ ਉਪਯੋਗੀ ਵਿਵੇਚਨ ਹੈ ਜੀ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ, ਉਹਨਾਂ ਨੂੰ ਕਿਹੜੇ ਨਾਮਾਂ ਦੇ ਨਾਲ ਸਨਮਾਨਿਆ ਗਿਆ, ਸਨਮਾਨ ਦਿੱਤੇ ਗਏ ਨੇ, ਕਿਹੜੇ ਜੀ। ਸਾਹਿਤ ਸਭਾਵਾਂ ਦੀ ਆਪਾਂ ਗੱਲਬਾਤ ਕਰੀਏ, ਉਹਨਾਂ ਵਿੱਚੋਂ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵੱਲੋਂ ਉਹਨਾਂ ਨੂੰ ਜੀ, ਪੰਜਾਬੀ ਸਾਹਿਤ ਟਰੱਸਟ ਢੁੱਡੀਕੇ, ਪੰਜਾਬੀ ਸੱਥ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ, ਉਹਨਾਂ ਦੇ ਵੱਲੋਂ ਹਾਸਮ ਯਾਦਗਾਰੀ ਟਰੱਸਟ ਦੇ ਵੱਲੋਂ ਜੀ ਉਹਨਾਂ ਨੂੰ ਇਨਾਮ ਦਿੱਤਾ ਗਿਆ। ਉਸ ਤੋਂ ਇਲਾਵਾ ਜੀ ਪਿਆਰਾ ਸਿੰਘ ਪਦਮ ਦੀ ਸਾਹਿਤਕ ਘਾਲਣਾ ਦੇ ਫਲਸਰੂਪ ਜੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਸਰਵ ਹਿੰਦ ਭਾਈ ਸੰਤੋਖ ਸਿੰਘ ਪੁਰਸਕਾਰ ਦਿੱਤਾ। 1981 ਦੇ ਵਿੱਚ ਭਾਸ਼ਾ ਵਿਭਾਗ ਨੇ ਜੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਨਾਮ ਦੇ ਕੇ ਸਨਮਾਨਿਆ ਜੀ, ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਨਾਮ ਦਿੱਤਾ। 1999 ਦੇ ਵਿੱਚ ਸਾਹਿਤ ਸ਼੍ਰੋਮਣੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਦਿੱਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਉਹਨਾਂ ਨੂੰ ਕੀ ਦਿੱਤਾ ਗਿਆ ਜੀ, ਆਜੀਵਨ ਫੈਲੋਸ਼ਿਪ ਮਿਲਣ ਦਾ ਮਾਣ ਹਾਸਲ ਹੋਇਆ। ਜੇਕਰ ਆਪਾਂ ਗੱਲਬਾਤ ਕਰੀਏ ਜੀ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਉਹਨਾਂ ਦੀ ਕਿਹੜੀ ਰਚਨਾ ਲੱਗੀ ਹੋਈ ਹੈ ਜੀ, ਮਹਾਕਵੀ ਕਾਲੀਦਾਸ। ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਤੁਹਾਨੂੰ ਲਿਖਤ ਵੇਖਣ ਨੂੰ ਮਿਲ ਜੇਗੀ ਜੋ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੈ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ। ਜੋ ਆਪਣੀਆਂ ਮਾਸਟਰ ਕੈਡਰ ਪੰਜਾਬੀ ਅਤੇ ਮਾਸਟਰ ਕੈਡਰ ਹਿਸਟਰੀ ਨਾਲ ਸੰਬੰਧਿਤ ਕਲਾਸਾਂ ਚੱਲ ਰਹੀਆਂ ਨੇ, ਤਾਂ ਉਹਦੇ ਨਾਲ ਤੁਸੀਂ ਜੁੜ ਸਕਦੇ ਹੋ। ਤੁਹਾਡੀ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ। ਇਸ ਤੋਂ ਇਲਾਵਾ ਜੀ ਸੀਟੈਟ ਦੀਆਂ ਕਲਾਸਾਂ ਅਗਲੇ ਮਹੀਨਿਆਂ ਦੇ ਵਿੱਚ ਚਲਾਈਆਂ ਜਾਣੀਆਂ, ਸੀਟੈਟ ਅਤੇ ਨੈਟ ਦੀਆਂ, ਉਹਨਾਂ ਨਾਲ ਤੁਸੀਂ ਜੁੜ ਸਕਦੇ ਹੋ। ਨੰਬਰ ਤੁਹਾਡੀ ਸਕਰੀਨ 'ਤੇ ਆ। ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਜਿਸ ਦੇ ਨਾਲ ਤੁਹਾਨੂੰ ਜਿਹੜੀ ਜਾਣਕਾਰੀ ਵਧੀਆ ਤੋਂ ਵਧੀਆ ਤੁਹਾਡੇ ਤੱਕ ਪਹੁੰਚਦੀ ਰਹੇ। ਮਿਲਦੇ ਹਾਂ ਜੀ ਅਗਲੇ ਟੌਪਿਕ ਨੂੰ ਲੈ ਕੇ। ਧੰਨਵਾਦ ਜੀ।